ਦੋਸਤੋ ਪੰਜਾਬੀ ਟ੍ਰਿਬਿਊਨ ਦੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਜੰਮੂ ਕਸ਼ਮੀਰ ਵਿੱਚੋਂ ਚੁੱਪ ਦੀ ਆਵਾਜ਼ ਨੂੰ ਲੈ ਕੇ, ਜਿਸ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਸ਼੍ਰੀ ਹਮੀਰ ਸਿੰਘ ਜੀ। ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਸਿੰਘ ਜੀ, 5 ਅਗਸਤ 2019 ਨੂੰ ਜੰਮੂ ਕਸ਼ਮੀਰ ਦੇ ਵਿੱਚੋਂ ਕੇਂਦਰ ਸਰਕਾਰ ਨੇ ਧਾਰਾ 370 ਤੇ 35 ਹਟਾਉਣ ਦਾ ਫੈਸਲਾ ਲਿੱਤਾ ਸੀ। ਅੱਜ ਇਸ ਫੈਸਲੇ ਨੂੰ 1 ਸਾਲ ਦਾ ਸਮਾਂ ਹੋ ਗਿਆ। ਜਦੋਂ 1 ਸਾਲ ਪੂਰਾ ਉੱਥੇ ਦੀ ਰਾਜਸੀ ਪਾਰਟੀਆਂ ਨੇ ਚੁੱਪੀ ਧਾਰੇ ਰੱਖੀ, ਹੁਣ ਉੱਥੇ ਦੀ ਮੁੱਖ 6 ਜਿਹੜੀ ਸਿਆਸੀ ਪਾਰਟੀਆਂ ਉਹਨਾਂ ਨੇ ਇਕਜੁੱਟ ਹੋ ਕੇ ਮੀਟਿੰਗ ਕੀਤੀ ਹੈ, ਕੇਂਦਰ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ ਅਤੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿਵਾਉਣ ਦੀ ਮੰਗ ਕੀਤੀ ਹੈ। ਅਸਲ 'ਚ ਉੱਥੇ ਧਾਰਾ 370 ਤੇ 35 ਹਟਾਉਣ ਤੋਂ ਬਾਅਦ ਲੋਕਾਂ 'ਤੇ ਕਿਸ ਤਰ੍ਹਾਂ ਦੀ ਜਿਹੜੀ ਗੁਜ਼ਰ ਰਹੀ ਹੈ ਜਾਂ ਲੋਕ ਕੀ ਕਹਿਣਾ ਚਾਹੁੰਦੇ ਨੇ? ਅਸਲ ਦੇ ਵਿੱਚ ਇਹ ਹੈ ਕਿ ਜਿਹੜਾ 5 ਅਗਸਤ 2019 ਤੋਂ ਲੈ ਕੇ 1 ਸਾਲ ਤੱਕ ਕਸ਼ਮੀਰੀ ਲੋਕਾਂ ਦੀ ਆਵਾਜ਼ ਤਾਂ ਸਾਹਮਣੇ ਆਈ ਨਹੀਂ ਹੈ। ਉਹਦਾ ਕਾਰਨ ਇਹ ਸੀ ਕਿ ਜਦੋਂ ਇਹ ਫੈਸਲਾ ਕੀਤਾ ਗਿਆ ਤੇ ਉਸ ਤੋਂ ਬਾਅਦ ਹੀ ਉਹਦੀ ਸਮੁੱਚੀ ਲੀਡਰਸ਼ਿਪ, ਈਵਨ ਨਾ ਕੇਵਲ ਖਾੜਕੂ ਧਿਰਾਂ, ਨਾ ਕੇਵਲ ਕੁੱਲ ਜਮਾਤ ਹੁਰੀਅਤ ਕਾਨਫਰੰਸ ਦੇ ਲੀਡਰ, ਬਲਕਿ ਜਿਹੜੀਆਂ ਧਿਰਾਂ ਸਰਕਾਰ 'ਚ ਵੀ ਸੀ, ਬੀਜੇਪੀ ਦੇ ਵਿੱਚ ਨਾਲ ਸੀ, ਕੋਲੀਸ਼ਨ ਗਵਰਨਮੈਂਟ, ਮਹਿਬੂਬਾ ਮੁਫਤੀ ਚੀਫ ਮਿਨਿਸਟਰ ਸੀ, ਉਹ ਫਾਰੂਕ ਅਬਦੁੱਲਾ, ਉਮਰ ਅਬਦੁੱਲਾ, ਜਿੰਨੇ ਵੀ ਸਾਬਕਾ ਚੀਫ ਮਿਨਿਸਟਰ ਸੀ ਜਾਂ ਮੰਤਰੀ ਸੀ, ਮੇਨ ਲੀਡਰ, ਸਾਰੇ ਅੰਦਰ ਬੰਦ ਕਰ ਦਿੱਤੇ ਗਏ ਔਰ ਉਹਨਾਂ ਦੀ ਆਵਾਜ਼ ਕਦੇ ਸੁਣਾਈ ਉਹ ਨਹੀਂ ਦਿੱਤੀ। ਇਸ ਕਰਕੇ ਇਹ ਕਿਹਾ ਜਾਂਦਾ ਸੀ ਕਿ ਅਜੇ ਇੱਕ ਸਾਈਡ ਦੀ ਆਵਾਜ਼ ਅਸੀਂ ਸੁਣ ਰਹੇ ਹਾਂ, ਅਸੀਂ ਦੂਜੀ ਸਾਈਡ ਦੀ ਆਵਾਜ਼ ਅਸੀਂ ਸੁਣਨੀ ਹੈ, ਕਿਉਂਕਿ ਇੰਟਰਨੈਟ ਬੰਦ ਸੀ। ਫਿਰ ਇੰਟਰਨੈਟ ਸ਼ੁਰੂ ਕੀਤਾ ਤੇ ਉਹ 2G ਤੱਕ ਚੱਲਿਆ, ਜਦੋਂ ਉਹਦੇ 'ਤੇ ਵੀ ਕਦੇ ਕਈ ਵਾਰ ਵਿੱਚੋਂ ਫਿਰ ਰੋਕ ਲੱਗਦੀ ਰਹੀ ਹੈ। ਔਰ ਹਾਲਾਂਕਿ ਗਵਰਨਮੈਂਟ ਨੇ ਇਹ ਕਿਹਾ ਜੀ ਅਸੀਂ ਬੱਚਿਆਂ ਦੇ ਸਕੂਲ ਖੋਲ੍ਹਤੇ ਨੇ, ਪਰ ਜਿਹੜਾ ਸਰਵੇ ਆਇਆ ਉਹ ਇਹ ਹੈ ਕਿ 10 ਲੱਖ ਬੱਚਾ ਸਕੂਲ ਗਿਆ ਹੀ ਨਹੀਂ, ਅਤੇ ਨਾ ਉਹਦਾ ਕੋਈ ਇਹੋ ਜਿਹਾ ਸਿਸਟਮ, ਕਿਉਂਕਿ ਅਸੁਰੱਖਿਆ ਦਾ ਵਾਤਾਵਰਨ ਇੰਨਾ ਜ਼ਿਆਦਾ ਹੋ ਗਿਆ। ਅਸੀਂ ਕਰੋਨਾ 'ਚ ਲਾਕਡਾਊਨ 'ਚ 2 ਮਹੀਨੇ ਤੰਗ ਹੋ ਗਏ, ਅਤੇ 1 ਸਾਲ ਇਸੇ ਤਰੀਕੇ ਦੇ ਨਾਲ ਉਹਨਾਂ ਨੇ ਗੁਜ਼ਾਰੇ ਆ। ਉਦੋਂ ਬਾਅਦ ਜਦੋਂ ਹੁਣ ਫਾਰੂਕ ਅਬਦੁੱਲਾ ਨੂੰ ਛੱਡਿਆ ਗਿਆ ਅਤੇ ਉਮਰ ਅਬਦੁੱਲਾ ਨੂੰ ਛੱਡਿਆ ਗਿਆ, ਅਤੇ ਅਜੇ ਵੀ ਮਹਿਬੂਬਾ ਮੁਫਤੀ ਜਿਹੜੀ ਅੰਦਰ ਹੈ PDP ਨਾਲ, ਜਿਹਨੇ ਕੋਲੀਸ਼ਨ ਉਸ ਲੈਵਲ 'ਤੇ ਬਣਾਈ, ਅਤੇ ਇਹਨਾਂ ਨੇ ਪਹਿਲੀ ਵਾਰ ਇੱਕ ਆਲ ਪਾਰਟੀ ਮੀਟਿੰਗ ਬੁਲਾਈ ਹੈ, ਸਰਬ ਪਾਰਟੀ ਮੀਟਿੰਗ। ਔਰ ਇਹੋ ਜਿਹੀ ਇੱਕ ਮੀਟਿੰਗ ਇੱਦੋਂ ਪਹਿਲਾਂ 4 ਅਗਸਤ 2019 ਨੂੰ ਬੁਲਾਈ ਸੀ, ਮਤਲਬ ਇੱਕ ਦਿਨ ਪਹਿਲਾਂ, ਜਦੋਂ ਉਹ 370 ਧਾਰਾ ਤੋੜ ਕੇ ਜਦੋਂ ਇੱਕ ਵਿਸ਼ੇਸ਼ ਅਧਿਕਾਰ ਪ੍ਰਾਪਤ ਸੂਬੇ ਨੂੰ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਵੰਡ ਦਿੱਤਾ ਜਾਂਦਾ ਅਤੇ ਉਹਦੇ 'ਚ 2 ਧਾਰਾਵਾਂ ਉਹ ਡਿਊਟੀ ਦੀਆਂ ਬਣਾ ਦਿੱਤੀਆਂ ਜਾਂਦੀਆਂ ਨੇ। ਔਰ ਉਸ ਦੇ ਵਿੱਚ ਇੱਕ ਇਹਨਾਂ ਨੇ ਐਲਾਨਨਾਮਾ ਅਪਣਾਇਆ ਸੀ ਸਾਰੇ ਪਾਰਟੀਆਂ ਨੇ, ਜਿਹਦੇ 'ਚ ਉਦੋਂ ਮਹਿਬੂਬਾ ਮੁਫਤੀ ਵੀ ਬਾਹਰ ਸੀ, ਸਾਰਿਆਂ ਨੇ ਸਰਬ ਸਾਂਝੇ ਤੌਰ 'ਤੇ। ਉਹ ਕਿਉਂਕਿ ਫਾਰੂਕ ਅਬਦੁੱਲਾ ਨੇ ਹੀ ਬੁਲਾਈ ਸੀ ਮੀਟਿੰਗ, ਉਹਦੇ ਹੀ ਘਰ ਸੀ, ਅਤੇ ਉਹਨੂੰ ਜਿਹੜਾ ਇਹ ਕਿਹਾ ਗਿਆ ਗੁਪਕਾਰ ਐਲਾਨਨਾਮਾ, ਗੁਪਕਾਰ, ਜਿਵੇਂ ਸਾਡੇ ਅਨੰਦਪੁਰ ਸਾਹਿਬ ਦਾ ਰੈਜੂਲੇਸ਼ਨ ਸੀ ਕਿ ਅਨੰਦਪੁਰ ਸਾਹਿਬ ਦੇ ਵਿੱਚ ਉੱਥੇ ਮਤਾ ਪਿਆ ਸੀ, ਉੱਥੇ ਬੈਠ ਕੇ, ਇਸ ਕਰਕੇ ਉਹਦਾ ਨਾਂ ਅਨੰਦਪੁਰ ਸਾਹਿਬ ਮਤਾ ਪੈ ਗਿਆ ਸੀ। ਇਸੇ ਤਰ੍ਹਾਂ ਗੁਪਕਾਰ ਜਗ੍ਹਾ ਜਾਂ ਰੋਡ ਦਾ ਨਾਂ ਹੈ ਜਿੱਥੇ ਅਬਦੁੱਲਿਆਂ ਦਾ ਰਿਹਾਇਸ਼ ਹੈ ਅਤੇ ਉਹ ਮਹੱਤਵਪੂਰਨ ਮੰਨੀ ਜਾਂਦੀ ਹੈ, ਉੱਥੇ ਉਹਦਾ ਨਾਂ ਹੀ ਗੁਪਕਾਰ। ਹੁਣ ਇਹ ਉਦੋਂ ਬਾਅਦ 6 ਪਾਰਟੀਆਂ ਇਕੱਠੀਆਂ ਹੋਈਆਂ ਨੇ। ਇਹ ਆਲਮੋਸਟ ਲਗਭਗ ਛੋਟੇ-ਮੋਟੇ ਗਰੁੱਪ ਨੂੰ ਛੱਡ ਕੇ ਸਾਰੀਆਂ ਉਹ ਧਿਰਾਂ ਨੇ ਲਗਭਗ, ਜਿਹੜੀਆਂ ਮਤਲਬ ਚੋਣਾਂ 'ਚ ਵੀ ਭਾਗ ਲੈਂਦੀਆਂ ਸੀ, ਜਿਹੜੀਆਂ ਸਰਕਾਰਾਂ ਬਣਾਉਂਦੀਆਂ ਸੀ, ਜਿਹੜੀ ਓਪਨ ਤੌਰ 'ਤੇ ਗੱਲ ਕਰਦੀਆਂ ਸੀ। ਹੁਣ ਉਹਨਾਂ ਨੇ ਉਹ ਬੈਠ ਕੇ ਇਹ ਗੱਲ ਕੀਤੀ ਹੈ, ਉਹੀ ਮਤੇ ਨੂੰ ਦੁਬਾਰਾ ਦੁਹਰਾਇਆ ਕਿ ਅਸੀਂ ਸਾਂਝੇ ਤੌਰ 'ਤੇ, ਸਾਡੀ ਹੋਂਦ ਦਾ ਸਵਾਲ ਹੈ, ਪੁਰਾਣੇ ਜਿਹੜੇ ਗਿਲੇ ਸ਼ਿਕਵੇ ਨੇ, ਦੁਸ਼ਮਣੀਆਂ ਨੇ, ਰਾਜਨੀਤਿਕ ਤੌਰ 'ਤੇ ਵਖਰੇਵੇਂ ਨੇ, ਉਹਨਾਂ ਨੂੰ ਭੁਲਾ ਕੇ ਅਸੀਂ ਸਾਂਝੇ ਤੌਰ 'ਤੇ ਇਹ ਮੰਗ ਕਰਾਂਗੇ ਕਿ 370 ਤੇ 35 ਇਹ ਬਹਾਲ ਕੀਤੀ ਜਾਵੇ, 1947 ਵਾਲਾ ਵਿਸ਼ੇਸ਼ ਰਾਜ ਦਾ ਦਰਜਾ ਬਹਾਲ ਕੀਤਾ ਜਾਵੇ ਜੰਮੂ ਕਸ਼ਮੀਰ ਦਾ। ਉਹਦੇ ਪਿੱਛੇ ਕੀ ਕਾਰਨ ਨੇ, ਉਹ ਕੀ ਕਹਿੰਦੇ ਨੇ? ਉਹਦੇ ਪਿੱਛੇ 2-3 ਕਾਰਨ ਨੇ, ਜਿਹਦੇ 'ਚ ਇੱਕ ਗੱਲ ਤਾਂ ਹੈ ਉਹਨਾਂ ਨੂੰ ਕਿਉਂ ਕਹਿਣਾ ਪਿਆ। ਈਵਨ ਇੱਥੋਂ ਤੱਕ ਕਿ ਸਭ ਤੋਂ ਜ਼ਿਆਦਾ 2014 ਦੇ ਵਿੱਚ ਜਿਹੜੀ ਚੋਣ ਹੋਈ ਸੀ ਵਿਧਾਨ ਸਭਾ ਦੀ, ਜਿਹੜੀ ਪੀਪਲਜ਼ ਕਾਨਫਰੰਸ ਦੀ ਤੇ ਸਜਾਦ ਲੋਨ ਦੀ ਅਗਵਾਈ ਵਾਲੀ ਪਾਰਟੀ ਸੀ, ਉਹਨੇ BJP ਨਾਲ ਅਲਾਇੰਸ ਕਰਕੇ, ਮਤਲਬ ਉਹ ਇੱਕ ਤਰ੍ਹਾਂ ਦੀ ਚੋਣ ਲੜੀ ਸੀ, ਉਹ ਵੀ ਸਜਾਦ ਲੋਨ ਵੀ ਹੁਣ ਇਹਦੇ ਵਿੱਚ ਸ਼ਾਮਲ ਹੈ। ਇਹ ਕੀ ਸੰਕੇਤ ਦਿੰਦਾ ਹੈ? ਨੰਬਰ 1 ਤਾਂ ਇਹ ਸੰਕੇਤ ਦਿੰਦਾ ਹੈ ਕਿ ਕਸ਼ਮੀਰੀ ਲੋਕਾਂ ਦਾ ਮਨੋਦਸ਼ਾ ਕੀ ਹੈ, ਉਹ ਆਪਣੇ ਸਿਆਸਤਦਾਨਾਂ ਤੋਂ ਕੀ ਚਾਹੁੰਦੇ ਨੇ। ਉਹਨਾਂ ਨੇ ਇੱਕ ਛੋਟਾ ਜਿਹਾ ਉਹ ਮਤਲਬ ਦਬਾਅ ਉਹਨਾਂ 'ਤੇ ਜਿਹੜਾ ਹੈਗਾ, ਉਹਦਾ ਛੋਟਾ ਜਿਹਾ ਸੰਕੇਤ ਸਾਡੇ ਸਾਹਮਣੇ ਆਇਆ ਹੈ ਇਹਨਾਂ ਦੇ ਰੂਪ ਦੇ ਵਿੱਚ। ਔਰ ਜੇਕਰ ਅਸੀਂ ਦੇਖੀਏ ਤਾਂ ਕੁਝ ਸਮੇਂ ਬਾਅਦ ਜਦੋਂ
ਉਮਰ ਅਬਦੁੱਲਾ ਨੂੰ ਰਿਹਾ ਕੀਤਾ। ਉਹਦੀ ਇੱਕ ਇੰਟਰਵਿਊ ਛਪੀ ਬੜੀ ਵਿਸਤਾਰ ਦੇ ਵਿੱਚ ਇੰਡੀਅਨ ਐਕਸਪ੍ਰੈਸ ਦੇ ਵਿੱਚ। ਉਹਦੇ ਵਿੱਚ ਉਹਨੇ ਇਹ ਕਿਹਾ ਕਿ ਕਸ਼ਮੀਰੀ ਲੋਕਾਂ ਦਾ ਮਨ ਤਾਂ ਅਜੇ ਇਸ ਪੱਧਰ ਤੇ ਗਿਆ ਹੋਇਆ ਹੈ ਕਿ ਉਹ ਸਾਨੂੰ ਵੀ ਨਫ਼ਰਤ ਕਰਦੇ। ਉਹਨਾਂ ਨੂੰ ਚੰਗਾ ਲੱਗਿਆ ਕਿ ਸਾਨੂੰ ਡਿਟੇਨ ਕਰ ਦਿੱਤਾ ਗਿਆ, ਕਿਉਂਕਿ ਉਹ ਇਹ ਮੰਨ ਰਹੇ ਨੇ ਕਿ ਅਸੀਂ ਜਿਹੜੇ ਸਾਰੇ ਭਾਰਤ ਨਾਲ ਮਿਲ ਕੇ ਚੱਲਦੇ ਰਹੇ ਹਾਂ, ਸਾਡਾ ਵੀ ਰੋਲ ਹੈ ਉਹਨੂੰ ਇੱਥੋਂ ਤੱਕ ਪਹੁੰਚਾਉਣ ਦੇ ਵਿੱਚ, ਉਹਨੂੰ ਡਿਊਟੀ ਤੱਕ ਪਹੁੰਚਾਉਣ ਦੇ ਵਿੱਚ। ਉਹ ਕਹਿੰਦੇ ਨੇ ਬਹੁਤੇ ਕਸ਼ਮੀਰੀ ਖੁਸ਼ ਹੋ ਰਹੇ ਨੇ ਸਾਡੀ ਡਿਟੈਂਸ਼ਨ ਤੇ, ਸਾਡੀ ਗ੍ਰਿਫਤਾਰੀ ਦੇ ਉੱਤੇ। ਔਰ ਦੂਜੀ ਗੱਲ ਉਹਨਾਂ ਨੇ ਇਹ ਕਹੀ ਕਿ ਅਸੀਂ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਦੇਸ਼ ਦੇ ਵਿੱਚ ਪਾਰਟੀਆਂ ਨੇ ਉਹਨਾਂ ਪ੍ਰਤੀ ਗੁੱਸਾ ਵੀ ਹੈ ਤੇ ਨਿਰਾਸ਼ਤਾ ਵੀ ਹੈ। ਸਾਡੇ ਲਈ ਕਿਸੇ ਦਿਨ ਹਾਂ ਦਾ ਨਾਰਾ, ਉਹਨਾਂ ਨੇ ਬਾਕਾਇਦਾ 3 ਚੀਫ ਮਿਨਿਸਟਰਾਂ ਦਾ ਨਾਂ ਲਿਆ ਸਾਹਿਬ। ਕੇਜਰੀਵਾਲ ਦਾ ਉਹਨਾਂ ਨੇ ਨਾਂ ਲਿਆ, ਚੰਦਰ ਸ਼ੇਖਰ ਰਾਓ ਜਿਹੜਾ ਤੇਲੰਗਾਨਾ ਦਾ ਚੀਫ ਮਿਨਿਸਟਰ ਹੈ ਉਹਦਾ ਨਾਂ ਲਿਆ, ਚੰਦਰ ਬਾਬੂ ਨਾਇਡੂ ਜਿਹੜਾ ਆਂਧਰਾ ਪ੍ਰਦੇਸ਼ ਦਾ ਸਾਬਕਾ ਚੀਫ ਮਿਨਿਸਟਰ ਹੈ ਉਹਦਾ TDP ਦਾ ਉਹਦਾ ਨਾਂ ਲਿਆ। ਹਾਲਾਂਕਿ ਅਕਾਲੀਆਂ ਦਾ ਜਾਂ ਹੋਰਾਂ ਦਾ ਉਹਨੇ ਕਿਹਾ ਜਿਹੀਆਂ ਹੋਰ ਬਹੁਤ ਪਾਰਟੀਆਂ ਜਿਨ੍ਹਾਂ ਦੇ ਸੰਕਟ 'ਚ ਅਸੀਂ ਉਹਨਾਂ ਲਈ ਬੋਲਦੇ ਰਹੇ ਹਾਂ ਤੇ ਉਹ ਚੁੱਪ ਕਰ ਗਈਆਂ ਤੇ ਸਾਡੇ ਖਿਲਾਫ ਵੋਟਿੰਗ ਕੀਤੀ ਹੈ। ਤੇ ਇਸ ਕਰਕੇ ਪੂਰੇ ਦੇਸ਼ ਦੇ ਵਿੱਚੋਂ ਕਸ਼ਮੀਰੀਆਂ ਦੇ ਪੱਖ 'ਚ ਨਹੀਂ ਉੱਠੀ ਇਹਨਾਂ ਸਾਰੀਆਂ ਪਾਰਟੀਆਂ ਦੇ ਵਿੱਚੋਂ। ਸਾਨੂੰ ਗੁੱਸਾ ਵੀ ਹੈ ਤੇ ਉਹਨੇ ਗੁੱਸੇ 'ਚ ਇੰਨੇ ਤੱਕ ਵੀ ਗਿਆ ਕਿ ਕੱਲ੍ਹ ਨੂੰ ਤੁਹਾਡੇ ਨਾਲ ਕੁਝ ਵੀ ਵਾਪਰਦਾ ਸੀ ਤੁਹਾਡੇ ਲਈ ਨਹੀਂ ਬੋਲਾਂਗੇ, ਮਤਲਬ ਇਸ ਹੱਦ ਤੱਕ ਵੀ ਇੱਕ ਗੱਲ ਗਈ ਹੈ। ਔਰ ਇਸੇ ਕਰਕੇ ਇਹ ਹੈ ਕਿ ਇਹਦੇ 'ਚੋਂ ਇਹ ਨਜ਼ਰ ਆਉਂਦਾ, ਉਹ ਕਹਿੰਦੇ ਨੇ ਕਿ ਸਾਨੂੰ ਇਹ ਡਰ ਹੈ ਕਿ ਜਿਹੜੇ ਗਵਰਨਮੈਂਟ ਆਫ ਇੰਡੀਆ 5 ਅਗਸਤ ਤੋਂ ਬਾਅਦ ਵੀ ਫੈਸਲੇ ਲੈ ਰਹੀ ਹੈ ਉਹਦੇ 'ਚੋਂ ਇੱਕ ਗੱਲ ਇਹ ਨਜ਼ਰ ਆ ਰਹੀ ਹੈ ਕਿ ਡੋਮੀਸਾਈਲ ਦਾ ਜਿਹੜਾ ਕਾਨੂੰਨ ਬਣਾਇਆ ਤੁਸੀਂ, ਇਹ ਕਸ਼ਮੀਰ, ਜੰਮੂ ਐਂਡ ਕਸ਼ਮੀਰ ਇੱਕੋ ਇੱਕ ਸਟੇਟ ਹੈ ਇਸ ਦੇਸ਼ ਦੇ ਵਿੱਚ ਜਿਹੜੀ ਮੁਸਲਿਮ ਬਹੁ ਗਿਣਤੀ ਵਾਲੀ ਹੈ। ਤੁਸੀਂ ਉਹਦੀ ਆਬਾਦੀ ਬਦਲ ਦੇਣਾ ਚਾਹੁੰਦੇ ਹੋ, ਆਬਾਦੀ ਦਾ ਇੱਕ ਪ੍ਰੋਫਾਈਲ ਬਦਲ ਦੇਣਾ ਚਾਹੁੰਦੇ ਹੋ ਤਾਂ ਕਿ ਉੱਥੇ ਮੁਸਲਮਾਨ ਉੱਥੇ ਵੀ ਘੱਟ ਗਿਣਤੀ ਦੇ ਵਿੱਚ ਰਹਿ ਜੇ ਤੇ ਉੱਥੇ ਵੀ ਉਹਨਾਂ ਦਾ ਸੱਤਾ 'ਚੋਂ ਹਿੱਸਾ ਨਾ ਹੋਵੇ। ਦੂਜੀ ਗੱਲ ਉਹ ਇਹ ਕਹਿੰਦੇ ਨੇ ਕਿ ਇਸ ਗੱਲ ਕਰਕੇ ਆ ਰਿਹਾ ਹੈ ਕਿ ਜਿਹੜਾ ਤੁਸੀਂ ਬਹੁਤ ਜਗ੍ਹਾ ਦੇ ਉੱਤੇ ਮਿਲਟਰੀ ਨੂੰ ਜਿਹੜੇ ਕੰਸਟਰਕਸ਼ਨ ਵਰਕ ਦਾ ਇੱਕ ਉਹ ਦੇਤਾ ਕਿ ਇੱਥੇ ਘਰ ਪਾ ਸਕਦੇ ਹੋ, ਇੱਥੇ ਤੁਸੀਂ ਰਹਿ ਸਕਦੇ ਹੋ, ਤੁਹਾਨੂੰ ਇੱਥੇ ਦੇ ਬਸਿੰਦੇ ਮੰਨ ਲਿਆ ਜਾਏਗਾ। 35A ਕੀ ਸੀ? 35A ਇਹ ਸੀ ਕਿ ਉਹ ਸਟੇਟ ਨੂੰ ਹੱਕ ਦਿੰਦੀ ਸੀ ਕਿ ਕਿਹਨੂੰ ਉੱਥੋਂ ਦਾ ਪਰਮਾਨੈਂਟ ਬਸਿੰਦਾ ਮੰਨਣਾ ਤੇ ਕਿਹਨੂੰ ਨਹੀਂ ਮੰਨਣਾ। ਤੇ ਹੁਣ ਇਸ ਤਰੀਕੇ ਦੇ ਨਾਲ ਹੌਲੀ ਹੌਲੀ ਅਸੀਂ ਇਸ ਪਾਸੇ ਵੱਲ ਜਾ ਰਹੇ ਹਾਂ। ਤੇ ਅਗਲੀ ਗੱਲ ਇਹ ਹੈ ਕਿ ਜਿਹੜੀ ਗਵਰਨਮੈਂਟ ਨੇ ਕਿਹਾ ਸੀ ਕਿ ਅਸੀਂ ਇੰਨੀਆਂ ਨੌਕਰੀਆਂ ਪੈਦਾ ਕਰ ਦਾਂਗੇ, ਇੰਨੀਆਂ, ਉੱਥੋਂ ਦੇ ਕਸ਼ਮੀਰ ਚੈਂਬਰ ਆਫ ਕਮਰਸ ਤੇ ਇੰਡਸਟਰੀ ਦੀ ਰਿਪੋਰਟ ਹੈ 1 ਸਾਲ ਦੇ ਬਾਅਦ, ਉਹ ਕਹਿੰਦੇ ਵੀ 40,000 ਕਰੋੜ ਦਾ ਲਾਸ ਹੋਇਆ ਤੇ 4 ਲੱਖ ਜੌਬ ਚਲੀ ਗਈ ਹੈ ਤੇ ਇਸ ਸਾਲ ਇੱਕੋ ਸਾਲ ਦੇ ਵਿੱਚ। ਤੇ ਤੁਸੀਂ ਕੀ ਗੱਲ ਕਰਦੇ ਹੋ ਕਿ ਸਾਡੀ ਤਾਂ ਉਹਦੇ 'ਚ ਰੋਲ ਹੀ ਨਹੀਂ ਹੈ। ਅੱਗੇ ਉਹਨਾਂ ਨੂੰ ਇਹ ਵੀ ਲੱਗਦਾ ਕਿ ਸਾਡਾ ਰੋਲ ਜਿਹੜਾ ਸੱਤਾ ਸੀ, ਹੁਣ ਇੱਕ ਦਿਨ ਇੱਕ ਮੀਟਿੰਗ ਦੀ 19 ਬੰਦਿਆਂ ਦੀ ਸੋਸ਼ਲ ਮੀਡੀਆ ਤੇ ਵੀ ਉਹ ਖਬਰ ਸੀ ਜਿਨ੍ਹਾਂ ਨੇ ਰਿਵਿਊ ਕੀਤਾ ਸਿਚੁਏਸ਼ਨ ਦਾ, ਜਿਹਦੇ 'ਚ ਲੈਫਟੀਨੈਂਟ ਗਵਰਨਰ ਵੀ ਸੀ ਤੇ ਬਾਕੀ ਵੀ ਸੀ। 19 ਬੰਦਿਆਂ 'ਚ ਉਹਨਾਂ ਨੇ ਕੱਢ ਕੇ ਦਿਖਾਇਆ ਕਿ 97% ਕਸ਼ਮੀਰੀ ਪਾਪੂਲੇਸ਼ਨ ਹੈ ਜਿਹੜੀ ਕਸ਼ਮੀਰ ਦੇ ਵਿੱਚ ਹੈ ਤੇ ਇੱਕ ਬੰਦਾ ਮੁਸਲਿਮ ਆਗੂ ਹੈ, ਮਤਲਬ ਮੁਸਲਿਮ IAS ਹੈ ਜਿਹੜਾ ਬੈਠ ਕੇ ਫੈਸਲੇ ਕਰਨ 'ਚ ਜਿਹਦੀ ਭੂਮਿਕਾ ਵੀ ਸਾਡੀ ਤਾਂ ਫੈਸਲੇ ਕਰਨ 'ਚ ਭੂਮਿਕਾ ਬਿਲਕੁਲ ਜ਼ੀਰੋ ਹੋ ਗਈ, ਸਿਆਸੀ ਤੌਰ ਤੇ ਵੀ, ਆਰਥਿਕ ਤੌਰ ਤੇ ਵੀ, ਸਮਾਜਿਕ ਤੌਰ ਤੇ ਵੀ। ਇਸ ਕਰਕੇ ਇਸ ਮਜਬੂਰੀ ਨੇ ਧੱਕ ਕੇ ਉਹਨਾਂ ਪਾਰਟੀਆਂ ਨੂੰ ਉੱਧਰ ਕਰਤਾ। ਔਰ ਉਹ ਇਹ ਵੀ ਕਹਿ ਰਿਹਾ ਹੈ, ਉਮਰ ਅਬਦੁੱਲਾ ਨੇ ਕਿਹਾ ਕਿ ਜੀ ਜਿਹੜਾ ਫਾਰੂਕ ਅਬਦੁੱਲਾ ਨੇ ਭਾਰਤ ਮਾਤਾ ਕੀ ਜੈ ਦਾ ਨਾਅਰਾ ਲਾਇਆ ਸੀ, ਕਸ਼ਮੀਰੀ ਸਾਡੇ ਖਿਲਾਫ ਇਸ ਗੱਲ ਤੇ ਸਗੋਂ ਜ਼ਿਆਦਾ ਹੋ ਗਏ ਵੀ ਤੁਸੀਂ ਠੀਕ ਹੈ ਹੁਣ ਭਾਰਤ ਮਾਤਾ ਤੋਂ ਲੈ ਲਓ ਜੋ ਵੀ ਚੀਜ਼ ਲੈਣੀ ਹੈ, ਤੁਸੀਂ ਸਾਡੇ ਤੇ ਕਿਉਂ ਉਹ ਕਰ ਰਹੇ ਹੋ। ਇਸ ਕਰਕੇ ਅਜੇ ਇਹ ਬਹੁਤ ਛੋਟੀ ਉਸ ਲੈਵਲ ਦੀ, ਅਜੇ ਉਹਦੇ ਇੰਟਰਵਿਊ 'ਚੋਂ ਵੀ ਤੇ ਕਸ਼ਮੀਰੀ ਇਸ ਮੀਟਿੰਗ ਦੇ ਪ੍ਰਭਾਵ ਤੋਂ ਵੀ ਇਹ ਨਜ਼ਰ ਆ ਰਿਹਾ ਕਿ ਕੱਲਾ ਇਹ ਮਤਾ ਇੱਕ ਤਾਂ ਇਹ ਸਾਬਤ ਕਰਦਾ ਹੈ ਕਿ ਭਾਰਤ ਸਰਕਾਰ ਦਾ ਜਿਹੜਾ ਫੈਸਲਾ ਸੀ 1 ਸਾਲ ਦੇ ਅੰਦਰ, ਉਹ ਉੱਥੋਂ ਦੀ ਇੱਕ ਵੀ ਸਿਆਸੀ ਪਾਰਟੀ ਨੂੰ ਇਸ ਗੱਲ ਲਈ ਨਹੀਂ ਮਨਾ ਪਾਈ ਕਿ ਗੱਲ ਠੀਕ ਹੈ ਤੁਸੀਂ ਸਾਡੇ ਵਾਲੇ ਪਾਸੇ ਆ ਜਾਓ, ਉਹ ਪਾਸੇ ਇੱਕ ਵੀ ਨਹੀਂ ਆਇਆ। ਦੂਜੀ ਗੱਲ ਇਹ ਹੈ ਕਿ ਜਿਹੜੇ ਬੰਦੇ ਛੱਡੇ ਵੀ ਉਸ ਤੋਂ ਬਾਅਦ ਉਹਨਾਂ ਨੇ ਟਰਾਈ ਵੀ ਕੀਤੀ ਕਈ ਵਾਰ ਸ਼ਾਇਦ ਵੀ ਗੱਲਬਾਤ ਹੋ ਜੇ, ਕਿਸੇ ਨਾ ਕਿਸੇ ਤਰੀਕੇ ਸ਼ੁਰੂਆਤ ਹੋ ਜੇ, ਤੇ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਤੋਰੀ ਕਿਸੇ ਟਾਈਪ ਦੀ। ਤੀਜੀ ਗੱਲ ਇਹ ਹੈ ਕਿ ਭਾਰਤ ਇੱਕੋ ਪਾਰਟੀ 1 ਸਾਲ ਦੇ ਵਿੱਚ ਉੱਥੇ ਸਰਗਰਮੀਆਂ ਕਰਦੀ ਹੈ ਜੰਮੂ ਦੇ ਵਿੱਚ ਜਾਂ ਬਾਕੀ, ਉਹ ਹੈ ਭਾਰਤੀ ਜਨਤਾ ਪਾਰਟੀ, ਜਿਹਨੇ ਟਰਾਈ ਕੀਤੀ ਕੁਝ ਸਰਪੰਚਾਂ ਦੇ ਜ਼ਰੀਏ ਤੇ ਇੱਕ PDP 'ਚੋਂ ਛੋਟਾ ਜਿਹਾ ਗਰੁੱਪ ਤੋੜ ਕੇ ਜਿਹੜੀ ਆਪਣਾ ਕਸ਼ਮੀਰ ਪਾਰਟੀ ਬਣਾ ਲਈ ਆਪਣੀ, ਵੀ ਉਹਦੇ ਜ਼ਰੀਏ ਅਸੀਂ ਕੰਮ ਕਰ ਲਾਂਗੇ। ਪਰ ਲੋਕਾਂ ਦਾ ਵਹਾਅ ਬਿਲਕੁਲ ਇਹਦੇ ਉਲਟ ਹੈ। ਉਹਨਾਂ ਦਾ ਇੱਕ ਇਹ ਕਹਿਣਾ ਹੈ ਹੋਰ, ਉਹ ਇਹ ਕਹਿਣਾ ਕਿ ਜੰਮੂ ਕਸ਼ਮੀਰ ਦਾ ਸੰਵਿਧਾਨ ਵੀ 370 ਦੇ ਨਾਲ ਹੀ ਤੁਸੀਂ ਖਤਮ ਕਰਤਾ। ਜੰਮੂ ਕਸ਼ਮੀਰ ਦੇ ਸੰਵਿਧਾਨ ਦੇ ਵਿੱਚ ਇਹ ਦਰਜ ਸੀ ਕਿ ਜਿਹੜਾ ਪਾਕਿਸਤਾਨ ਦੇ ਕਬਜ਼ੇ ਦੇ ਹੇਠ ਦਾ ਕਸ਼ਮੀਰ ਹੈ, ਜਿਹਨੂੰ ਉਹ ਆਜ਼ਾਦ ਕਸ਼ਮੀਰ ਕਹਿੰਦੇ ਨੇ ਪਾਕਿਸਤਾਨੀ, ਤੇ ਅਸੀਂ ਉਹਨੂੰ ਮਕਬੂਜ਼ਾ ਕਸ਼ਮੀਰ ਕਹਿੰਦੇ ਹਾਂ ਕਿ ਜ਼ਬਰਦਸਤੀ ਕਬਜ਼ੇ ਦੇ ਵਿੱਚ ਹੈ, ਤੇ ਉਹਦੀਆਂ ਜਿਹੜੀਆਂ 25 ਸੀਟਾਂ ਸੀ ਸੰਵਿਧਾਨ ਦੇ ਵਿੱਚ ਖਾਲੀ ਮੰਨੀਆਂ ਜਾਂਦੀਆਂ ਸੀ ਕਿ ਉਹ ਅਜੇ ਸਾਡਾ ਹਿੱਸਾ। ਜਦੋਂ ਸੰਵਿਧਾਨ ਖਤਮ ਹੋ ਗਿਆ ਤੇ ਉਹਦਾ ਨਕਸ਼ਾ ਵੀ ਬਦਲ ਗਿਆ, ਉਹ ਸਟੇਟ ਵੀ ਨਹੀਂ ਰਹੀ,
ਤੇ ਉਦੋਂ ਬਾਅਦ ਉਹ 25 ਸੀਟਾਂ ਵਾਲਾ ਮਾਮਲਾ ਵੀ ਵਗ ਗਿਆ। ਤੁਸੀਂ ਕਹਿੰਦੇ ਹੋ ਕਿ ਇਹਨੂੰ ਡੀਲਿੰਕ ਕਰਤਾ। ਨਾਲ ਇੱਕ ਗੱਲ ਕਸ਼ਮੀਰੀਆਂ ਤੋਂ ਹੋਰ ਆ ਰਹੀ ਹੈ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਵੀ ਇੰਨੀਆਂ ਰਿਟਾਂ ਪਾਈਆਂ ਕਿ ਸਾਡੇ ਮਨੁੱਖੀ ਅਧਿਕਾਰਾਂ ਦਾ ਹਨਨ ਹੋ ਰਿਹਾ, ਸਾਡੀਆਂ ਬਾਕੀ ਦੀਆਂ ਚੀਜ਼ਾਂ ਦੀ ਸੁਣਵਾਈ ਹੋ ਰਹੀ, ਤੇ ਇਹਦੇ ਤੋਂ ਇਲਾਵਾ ਸੰਵਿਧਾਨਕ ਪਹਿਲੂ ਦੀ ਰਿਟ ਵੀ ਉੱਥੇ ਬੜੀ ਦੇਰ ਤੋਂ ਪਈ ਹੋਈ ਹੈ ਕਿ ਇਹ ਕੀ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਫੈਸਲਾ ਇਹ ਵਾਜਬ ਹੈ ਜਾਂ ਨਹੀਂ, ਕਿਉਂਕਿ ਕਾਨੂੰਨ ਇਹ ਕਹਿੰਦਾ, ਸੰਵਿਧਾਨ ਇਹ ਕਹਿੰਦਾ ਕਿ ਜੰਮੂ ਕਸ਼ਮੀਰ ਦੀ ਸਰਕਾਰ ਜਾਂ ਅਸੈਂਬਲੀ ਦੀ ਸਹਿਮਤੀ ਤੋਂ ਬਿਨਾਂ ਜੀ ਉੱਥੇ ਕੋਈ ਵੀ ਫੈਸਲਾ ਲਾਗੂ ਨਹੀਂ ਹੋ ਸਕਦਾ। ਜੇ ਤੁਸੀਂ ਉਹ ਸਾਰੀਆਂ ਗੱਲਾਂ ਤੋੜ ਕੇ ਆਪਣਾ ਗਵਰਨਰ ਲਾ ਕੇ ਉਹਨੂੰ ਹੀ ਉੱਥੋਂ ਦੀ ਸਹਿਮਤੀ ਕਹਿੰਦੇ ਹੋ ਕਿ ਇਹ ਵਾਜਬ ਹੈ ਜਾਂ ਨਹੀਂ ਵਾਜਬ, ਇਹ ਗੱਲ ਪੈਂਡਿੰਗ ਪਈ ਹੋਈ ਹੈ ਸੁਪਰੀਮ ਕੋਰਟ ਦੇ ਵਿੱਚ। ਉੱਥੋਂ ਦੇ ਪੇਪਰਾਂ ਨੇ, ਕਸ਼ਮੀਰ ਟਾਈਮਜ਼ ਨਿਕਲਦਾ ਵੱਡਾ ਪੇਪਰ ਹੈ ਜਿਹੜਾ ਉੱਥੋਂ ਦਾ, ਅਨੁਰਾਧਾ ਭਸੀਨ ਉਹਦੀ ਸੰਪਾਦਕ ਨੇ ਸੁਪਰੀਮ ਕੋਰਟ ਦੇ ਵਿੱਚ ਰਿਟ ਪਾਈ ਕਿ ਸਾਡੇ ਅਖਬਾਰ ਨਹੀਂ ਚੱਲ ਰਹੇ, ਸਾਡੇ ਕੋਲ ਕੋਈ ਸੁਵਿਧਾ ਨਹੀਂ ਹੈ, ਸਾਡਾ ਸਿਸਟਮ ਨਹੀਂ ਹੈ, ਤੇ ਉਹਦੇ ਤੇ ਵੀ ਕੋਈ ਬਹੁਤ ਜ਼ਿਆਦਾ ਰਾਹਤ ਨਹੀਂ ਮਿਲੀ ਕਿਸੇ ਵੀ ਰੈਂਕ ਦੀ। ਇਹ ਬਹੁਤ ਵੱਡਾ ਇੱਕ ਸਵਾਲ ਉਹਨਾਂ ਦੇ ਦਿਮਾਗਾਂ 'ਚ। ਇਹਦੇ 'ਚੋਂ ਇੱਕ ਗੱਲ ਇਹ ਰਹੀ ਹੈ ਕਿ ਕਸ਼ਮੀਰੀਆਂ ਦੀ ਖਾਮੋਸ਼ੀ ਜਿਹੜੀ ਹੈ ਉਹਦਾ ਇੱਕ ਛੋਟੀ ਜੀ ਆਵਾਜ਼ ਆਈ ਹੈ, ਪਰ ਇੰਨੀ ਕੁ ਆਵਾਜ਼ ਨਾਲ ਵੀ ਸ਼ਾਇਦ ਉਹਨਾਂ ਪੋਲੀਟੀਕਲ ਪਾਰਟੀਆਂ ਦੇ ਉੱਥੇ ਪੈਰ ਨਹੀਂ ਲੱਗਣੇ। ਇਦੋਂ ਅੱਗੇ ਵੀ ਉਹਨਾਂ ਨੂੰ ਕੋਈ ਨਾ ਕੋਈ ਕਾਰਗੁਜ਼ਾਰੀ ਚਾਹੇ ਮਜਬੂਰੀ 'ਚ ਚਾਹੇ ਪੋਲੀਟੀਕਲ ਇੱਛਾ ਸ਼ਕਤੀ ਨਾਲ ਕਰਨੀ ਪਏਗੀ। ਇੱਕ ਹਮੀਰ ਸਿੰਘ ਜੀ, ਇਹ ਵੀ ਗੱਲ ਆ ਰਹੀ ਹੈ ਵੀ ਕਿ ਕੇਂਦਰ ਸਰਕਾਰ ਨੇ ਉੱਥੇ ਜਿਵੇਂ ਇੰਟਰਨੈਟ ਸੇਵਾਵਾਂ ਬੰਦ ਕਰਤੀਆਂ, ਆਵਾਜਾਈ ਜਿਹੜੀ ਹੈ ਬੰਦ ਕੀਤੀ ਹੋਈ ਹੈ, ਤੇ ਉਹਨਾਂ ਵੱਲੋਂ ਹੋਰ ਵੀ ਤਰ੍ਹਾਂ ਦੀ ਪਾਬੰਦੀਆਂ ਲਾਈ ਗਈਆਂ। ਇਹਨਾਂ ਨਾਲ ਜਿਹੜਾ ਜਿਵੇਂ ਹੁਣ ਤੁਸੀਂ ਦੱਸਿਆ ਵੀ ਹੈ ਵੀ ਕਿ ਉੱਥੇ ਰੁਜ਼ਗਾਰ ਖਤਮ ਹੋ ਗਿਆ, ਨੌਕਰੀਆਂ ਚਲੀ ਗਈਆਂ, ਸਟੇਟ ਨੂੰ ਬਹੁਤ ਲੋਸ ਹੋ ਗਿਆ। ਇਹਦਾ ਜਿਹੜਾ ਸਾਰਾ ਪ੍ਰਭਾਵ ਹੈ ਉੱਥੇ ਦੇ ਨੌਜਵਾਨਾਂ ਤੇ ਉੱਥੇ ਲੋਕਾਂ ਦੇ ਭਵਿੱਖ 'ਚ ਕਿਸ ਤਰ੍ਹਾਂ ਪ੍ਰਭਾਵ ਪਏਗਾ? ਇਹਦਾ ਪ੍ਰਭਾਵ ਸਾਫ਼ ਦਿਖਾਈ ਦਿੰਦਾ। 1 ਸਾਲ ਤੋਂ ਬਾਅਦ ਲਦਾਖੀਆਂ ਨੇ ਸਵਾਗਤ ਕੀਤਾ ਸੀ। ਲਦਾਖ ਕਹਿੰਦਾ ਸੀ ਸਾਡੀ ਬੜੇ ਦੇਰ ਦੀ ਮੰਗ ਹੈ ਕਿ ਸਾਨੂੰ ਅਲੱਗ ਕਰ ਦਿਓ, ਸਾਡੀ ਯੂਨੀਅਨ ਟੈਰੀਟਰੀ ਬਣਾ ਦਿਓ। ਈਵਨ ਜੰਮੂ ਵਾਲਿਆਂ ਨੇ ਵੀ ਇਸ ਤਰੀਕੇ ਦਾ ਫੈਸਲਾ, ਕਿਉਂਕਿ ਬੀਜੇਪੀ ਦਾ ਜਿਹੜਾ ਉਹਨਾਂ ਦਾ ਮੰਨਣਾ ਇਹ ਹੈ, ਜਿਹੜਾ ਮਤਾ ਉਹਨਾਂ ਨੇ ਪਾਇਆ, ਬੀਜੇਪੀ ਹਿੰਦੂ ਤੇ ਸਿੱਖ ਮੁਸਲਮਾਨ ਦੇ ਤੌਰ ਤੇ ਦੇਖ ਕੇ ਫੈਸਲੇ ਕਰ ਰਹੀ ਹੈ, ਦੇਸ਼ ਦੇ ਨਾਗਰਿਕ ਦੇ ਤੌਰ ਤੇ ਨਹੀਂ। ਉਹ ਕਹਿੰਦੇ ਵੀ ਵੰਡਣਾ ਚਾਹੁੰਦੀ ਹੈ ਜੰਮੂ 'ਚ ਮੁਸਲਮਾਨ ਹਿੰਦੂ ਨੂੰ ਤੇ ਬਾਕੀ ਮੁਸਲਮਾਨ ਨੂੰ। ਪਰ ਹੁਣ ਜਿੰਨੀਆਂ ਆਵਾਜ਼ਾਂ ਆਈਆਂ ਨੇ ਇਹ ਦਿਖਾਈ ਦੇ ਰਹੀਆਂ ਕਿ ਜੰਮੂ ਦੇ ਬੰਦੇ ਵੀ ਉਹ ਕਹਿ ਰਹੇ ਨੇ ਕਿ ਜਿਹੜਾ ਤੁਸੀਂ ਕਾਨੂੰਨ ਇਹ ਲਿਆ ਰਹੇ ਹੋ ਡੋਮਿਸਾਈਲ ਦਾ, ਇਹ ਸਾਡੇ ਲੋਕਾਂ ਦਾ ਰੁਜ਼ਗਾਰ ਮਾਰੇਗਾ। ਇੱਥੇ ਜੰਮੂ ਵਾਲਿਆਂ ਦਾ ਵੀ, ਸਾਡੇ ਬੱਚਿਆਂ ਨੂੰ ਜਿਹੜਾ ਰੁਜ਼ਗਾਰ ਮਿਲਣਾ ਸੀ ਉਹਦੇ 'ਚ ਹੋਰ ਬੰਦੇ ਬਾਹਰੋਂ ਆ ਜਾਣਗੇ। ਇਸੇ ਤਰ੍ਹਾਂ ਲਦਾਖੀਆਂ ਨੇ ਵੀ ਕਿਹਾ, ਲਦਾਖੀ ਵੀ ਪਿਛਲੇ ਦਿਨਾਂ ਦੇ ਵਿੱਚ ਇਹ ਚਰਚਾ ਉਹਨਾਂ 'ਚ ਰਹੀ ਕਿ ਜੇਕਰ ਬਹੁਤੇ ਬੰਦੇ ਬਾਹਰੋਂ ਆ ਕੇ ਇੱਥੇ ਵਸਣ ਲੱਗ ਗਏ, ਸਾਡਾ ਵਾਤਾਵਰਨ ਖਰਾਬ ਹੋ ਜਾਏਗਾ, ਸਾਡਾ ਰੁਜ਼ਗਾਰ ਚਲਾ ਜਾਏਗਾ। ਉਹਨਾਂ ਨੇ ਵੀ ਇਹ ਡਰ ਪ੍ਰਗਟ ਕੀਤਾ ਕਿ ਇਹ ਲੋਕਤਾ ਲੱਗਣੀ ਚਾਹੀਦੀ ਹੈ ਕਿ ਬਾਹਰੋਂ ਬੰਦੇ ਪੱਕੇ ਤੌਰ ਤੇ ਸਾਡੇ ਨਾਮ ਵਸਣ। ਜਦੋਂ ਇਹ ਮਾਮਲਾ, ਇਹਦਾ ਮਤਲਬ ਕੀ ਹੈ? ਮਤਲਬ ਇਹ ਹੈ ਕਿ ਸਪੈਸ਼ਲ ਸਟੇਟਸ ਦੇ ਮੁੱਦੇ ਤੇ ਉਹਨਾਂ ਦੇ ਅੰਦਰੂਨੀ ਵਖਰੇਵੇਂ ਸੀਗੇ ਜੰਮੂ ਦੇ ਤੇ ਲਦਾਖ ਦੇ ਜਾਂ ਕਸ਼ਮੀਰ ਨਾਲ, ਪਰ ਇੱਕ ਮੋਟੇ ਮੁੱਦੇ ਤੇ ਇੱਕ ਸਹਿਮਤੀ ਬਣਦੀ ਉਹਨਾਂ ਦੀ ਨਜ਼ਰ ਆ ਰਹੀ ਹੈ। ਜਿਹੜੀਆਂ ਆਵਾਜ਼ਾਂ ਹੁਣ ਤੱਕ ਆ ਰਹੀਆਂ ਨੇ ਇਸ ਪੱਧਰ ਦੇ ਉੱਤੇ ਕਿ ਉਹ ਜੰਮੂ ਕਸ਼ਮੀਰ ਨੂੰ ਜਿਹੜਾ ਰੁਤਬੇ ਦਾ ਸਵਾਲ ਹੈ, ਇਹਦੇ ਤੇ ਉਹਨਾਂ ਦੀ ਸਾਰਿਆਂ ਦੀ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪਾਸੇ ਵੱਲ ਆਵਾਜ਼ ਉੱਠ ਰਹੀ ਹੈ ਤੇ ਸਹਿਮਤੀ ਵਾਲੇ ਪਾਸੇ ਜਾ ਰਹੀ ਹੈ। ਔਰ ਇਹਦੇ 'ਚ ਇਹ ਹੈ ਕਿ ਜਿਹੜਾ ਨੁਕਸਾਨ ਹੋ ਰਿਹਾ, ਨੁਕਸਾਨ ਤਾਂ ਸਭ ਦੇ ਸਾਹਮਣੇ ਆ। 10 ਲੱਖ ਬੱਚਾ ਸਕੂਲ ਨਾ ਜਾਣਾ, ਪੇਪਰ ਨਾ ਦੇਣੇ, ਬਾਕੀ ਨਾ ਕਰਨਾ, ਉਹ ਸਭ ਦੇ ਸਾਹਮਣੇ ਇੱਕ ਬਹੁਤ ਵੱਡਾ ਸਵਾਲ ਹੈ। ਇਸੇ ਕਰਕੇ ਇੱਕ ਗੱਲ ਇਹ ਵੀ ਹੈ ਕਿ ਅਸੀਂ ਜ਼ਬਰਦਸਤੀ ਦਾ ਜਿਹੜਾ ਇੱਕ ਤਰੀਕਾ ਇਹਦੇ 'ਚੋਂ ਇਹ ਨਿਕਲਦਾ ਹੈ ਕਿ ਲੋਕਾਂ ਨੂੰ ਦਬਾ ਕੇ ਤਾਂ ਰੱਖ ਸਕਦੇ ਹਾਂ, ਪਰ ਉਹਨਾਂ ਨੂੰ ਆਪਣੇ ਨਾਲ ਨਹੀਂ ਚਲਾਇਆ ਜਾ ਸਕਦਾ। ਆਪਣੇ ਨਾਲ ਤਾਂ ਦਿਲ ਜਿੱਤ ਕੇ ਹੀ ਚਲਾਇਆ ਜਾ ਸਕਦਾ। ਤੇ ਤੁਸੀਂ ਜਿਵੇਂ ਉਸ ਪੱਧਰ ਦੇ ਉੱਤੇ ਕਹਿੰਦੇ ਆ, ਔਰ ਕਈ ਵਾਰ ਸਾਡੇ ਲੀਡਰ ਕਹਿੰਦੇ ਵੀ ਰਹੇ ਨੇ ਕਿ ਮੈਂ ਤਾਂ ਕਸ਼ਮੀਰ ਦਾ ਦਿਲ जीतने ਆਇਆ ਹੂੰ। ਉੱਥੇ ਜਾ ਕੇ ਜਦ ਕਈ ਵਾਰ ਰੈਲੀਆਂ ਰੂਲੀਆਂ ਕਰਦੇ ਨੇ, ਪਰ ਫੌਜ ਬਿਠਾ ਕੇ ਪੁਲਿਸ ਲਾ ਕੇ ਲੰਮੇ ਸਮੇਂ ਦੇ ਵਿੱਚ ਕੇਵਲ ਦਿਲ ਨਹੀਂ ਜਿੱਤਿਆ ਜਾਂਦਾ। ਦਿਲ ਦੇ ਵਾਸਤੇ ਜਿਹੜੀ ਇੱਕ ਫਰੀडम ਆਫ ਐਕਸਪ੍ਰੈਸ਼ਨ ਦਾ ਸਵਾਲ ਹੈ, ਜਿਹੜੀ ਹੁਣ ਪ੍ਰਸ਼ਾਂਤ ਭੂਸ਼ਣ ਦੇ ਮਾਮਲੇ 'ਤੇ ਵੀ ਰਿਟ ਚੱਲਦੀ ਆ, ਹੋਰ ਵੀ ਕਿੰਨੀਆਂ ਚੱਲਦੀਆਂ ਨੇ ਕਿ ਸਾਡਾ ਸੰਵਿਧਾਨ ਸਾਨੂੰ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਿੰਦਾ ਹੈ, ਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਸੋਸ਼ਲ ਮੀਡੀਆ ਵੀ ਉਹਦਾ ਜ਼ਰੀਆ, ਦੂਜਾ ਮੀਡੀਆ ਵੀ ਉਹਦਾ ਜ਼ਰੀਆ, ਤੇ ਵੈਸੇ ਮੀਟਿੰਗਾਂ ਰੈਲੀਆਂ ਕਰਨਾ ਵੀ ਉਹਦਾ ਜ਼ਰੀਆ। ਜੇ ਇੱਕ ਸੂਬੇ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਤੁਸੀਂ ਬੰਦ ਕਰ ਦੋਗੇ ਤਾਂ ਤੁਸੀਂ ਇੱਕ ਬੜੇ ਵੱਡੇ ਸੈਕਸ਼ਨ ਦਾ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਵੀ ਘਟਾ ਰਹੇ ਹੋ। ਉਹਦੇ 'ਚ ਹੇਠੀ ਕਸ਼ਮੀਰੀਆਂ ਦੀ ਨਹੀਂ, ਉਹਦੇ ਸਾਡੇ ਸੰਵਿਧਾਨ ਦੀ, ਸਾਡੀ ਜਮਹੂਰੀਅਤ ਦੀ, ਸਾਡੇ ਉਸ ਬੁਨਿਆਦੀ ਹੱਕਾਂ ਦੀ ਹੇਠੀ ਹੋ ਰਹੀ ਹੈ, ਜਿਹੜੇ ਅਸੀਂ ਕਹਿੰਦੇ ਹਾਂ ਦੁਨੀਆ 'ਚ ਕਿ ਅਸੀਂ ਸਭ ਤੋਂ ਵੱਡਾ ਲੋਕਤੰਤਰ ਹਾਂ, ਤੇ ਜੇ ਉਹ ਨਹੀਂ ਦਿੰਦੇ ਆਪਣੇ ਨਾਗਰਿਕਾਂ ਨੂੰ ਹੱਕ ਹੈ ਜੇ ਨਾਗਰਿਕ ਦੇ ਤੌਰ ਤੇ, ਤਾਂ ਇਹ ਬਹੁਤ ਵੱਡਾ ਇੱਕ ਸਵਾਲ ਹੈ। ਔਰ ਕਸ਼ਮੀਰੀ ਪਾਰਟੀਆਂ ਨੂੰ ਵੀ, ਜਿਹੜੀਆਂ ਪੋਲੀਟੀਕਲ ਪਾਰਟੀਆਂ ਵੀ ਨੇ, ਉਹਨਾਂ ਨੂੰ ਵੀ ਇਹ ਸਮਝ ਇਕੱਲੇ ਮਤੇ ਨਾਲ ਨਹੀਂ ਕੰਮ ਹੋਣਾ, ਇਦੋਂ ਅੱਗੇ ਦਾ ਸਿਆਸੀ ਪ੍ਰੋਗਰਾਮ ਕੋਈ ਦੇਣਾ ਪਏਗਾ, ਜਿਹੜੇ 'ਚੋਂ ਉਮਰ ਅਬਦੁੱਲਾ ਨੇ ਇੰਟਰਵਿਊ 'ਚ ਤਾਂ ਕਿਹਾ ਸੀ ਕਿ ਅਸੀਂ ਇਸ ਗੱਲ ਨੂੰ ਲੰਮੇ ਸਮੇਂ ਤੱਕ ਆਵਾਜ਼ ਉਸ ਲੈਵਲ 'ਤੇ ਉਠਾਵਾਂਗੇ। ਪਰ ਕਸ਼ਮੀਰ ਦਾ ਮੁੱਦਾ
ਚਾਹੇ ਤੁਸੀਂ ਚੁੱਪ ਕਰਾ ਲਿਆ, ਤੁਸੀਂ ਕਹਿ ਰਹੇ ਹੋ ਇੱਥੇ ਆਇਆ ਵੀ 1 ਸਾਲ ਤੋਂ ਬਾਅਦ ਬਹੁਤ ਚੰਗਾ ਹੋ ਗਿਆ, ਉਹ ਇੰਟਰਨੈਸ਼ਨਲ ਫੋਰਮ ਤੇ ਅਜੇ ਵੀ ਉੱਠ ਰਿਹਾ। ਪਾਕਿਸਤਾਨ ਨੇ UN 'ਚ ਉਠਾਉਣ ਦੀ ਕੋਸ਼ਿਸ਼ ਕੀਤੀ। ਕੱਲ੍ਹ ਹੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਤੇ ਚਾਈਨਾ ਦੇ ਵਿਦੇਸ਼ ਮੰਤਰੀ ਦਾ ਇੱਕ ਸਾਂਝਾ ਬਿਆਨ ਅੱਜ ਅਖਬਾਰਾਂ ਦੇ ਵਿੱਚ ਛਪਿਆ। ਉਹਨੇ ਕਿਹਾ ਕਿ ਚਾਈਨਾ ਦੇ ਮਤਲਬ ਤੁਸੀਂ ਐਂ ਜ਼ੁਬਾਨ ਬਾਹਰ ਲਿਆਉਣ ਦੀ ਬੰਦ ਨਹੀਂ ਕਰ ਸਕਦੇ, ਤੁਸੀਂ ਸਗੋਂ ਇਹਨੂੰ ਇੰਟਰਨੈਸ਼ਨਲ ਬਣਾਤਾ। ਪਹਿਲਾਂ ਅਸੀਂ ਕਹਿੰਦੇ ਸੀ ਕਿ ਸਾਡਾ ਮੁੱਦਾ ਅੰਦਰੂਨੀ, ਇਹ ਬਾਹਰ ਨਹੀਂ ਹੈ। ਇਸ ਫੈਸਲੇ ਨਾਲ ਉਹ ਮੁੱਦਾ ਗਲੋਬਲ ਮੁੱਦਾ ਬਣ ਗਿਆ ਤੇ ਦੇਸ਼ ਦੇ ਵਿੱਚ ਵੀ ਜਿਹੜੀਆਂ ਸੁਹਿਰਦ ਧਿਰਾਂ ਨੇ ਸਾਰੀਆਂ ਨੂੰ ਇਹ ਗੱਲ ਉਠਾਉਣੀ ਵੀ ਚਾਹੀਦੀ ਹੈ ਤੇ ਸਰਕਾਰਾਂ ਨੂੰ ਇਹ ਦੱਸਣੀ ਵੀ ਚਾਹੀਦੀ ਹੈ ਕਿ ਲੋਕਾਂ ਨੂੰ ਤਾਕਤ ਦੇ ਜ਼ੋਰ ਨਾ ਕੇ ਜ਼ਿਆਦਾ ਦਿਨ ਜੇ ਇੱਥੇ ਬ੍ਰਿਟਿਸ਼ਰ ਰਹੇ ਨੇ ਇੰਨਾ ਲੰਮਾ ਸਮਾਂ, ਲੋਕਾਂ ਦਾ ਰਿਵੋਲਟ ਰਿਹਾ, ਕਿੰਨਾ ਚਿਰ ਰਹਿ ਗਏ, ਦੁਨੀਆ ਤੋਂ ਰਾਜ ਖਤਮ ਹੋ ਗਿਆ ਉਸ ਪੱਧਰ ਦੇ ਉੱਤੇ। ਅੱਜ ਦੇ ਦੌਰ ਦੇ ਵਿੱਚ ਤਾਂ ਬਿਲਕੁਲ ਹੀ ਜ਼ਬਰਦਸਤੀ ਤਰੀਕੇ ਦੇ ਨਾਲ ਕਿਸੇ ਖਾਸ ਹਿੱਸਿਆਂ ਨੂੰ ਲੰਮੇ ਸਮੇਂ 'ਚ ਕਬਜ਼ਾ ਰੱਖਣ ਦਾ ਜਿਹੜਾ ਕੋਈ ਤਰੀਕਾ ਉਹ ਨਹੀਂ ਹੁੰਦਾ। ਲੋਕਾਂ ਦੀਆਂ ਇੱਛਾਵਾਂ, ਲੋਕਾਂ ਦੀਆਂ ਮੰਗਾਂ, ਉਹਨਾਂ ਦੀਆਂ ਉਮੰਗਾਂ ਤੇ ਉਹਨਾਂ ਦੇ ਜਿੰਨੀ ਵੀ ਕੋਈ ਗਿਲੇ ਸਿਕਵੇ, ਜੋ ਵੀ ਉਹਨਾਂ ਦੇ ਵਿਚਾਰਧਾਰਾ, ਉਹਦੇ ਨਾਲ ਇੱਕ ਆਰਗੂਮੈਂਟ, ਇੱਕ ਸੰਵਾਦ ਰਚਾ ਕੇ ਮੈਨੂੰ ਲੱਗਦਾ ਉਹਦੇ ਰਾਹੀਂ ਹੀ ਠੀਕ ਕੀਤਾ ਜਾ ਸਕਦਾ, ਉਦੋਂ ਬਿਨਾਂ ਸੰਭਵ ਨਹੀਂ ਹੈ। ਔਰ ਇਹ ਸਿਆਸੀ ਪਾਰਟੀਆਂ ਦਾ ਸਾਲ ਬਾਅਦ ਸਾਹਮਣੇ ਆਉਣਾ, ਆਪਣੀ ਗੱਲ ਥੋੜ੍ਹੀ ਜਿਹੀ ਕਰਨਾ, ਕੱਲੀ ਉਹਨਾਂ ਪਾਰਟੀਆਂ ਦੀ ਨਹੀਂ, ਮੈਨੂੰ ਲੱਗਦਾ ਉੱਥੇ ਦੀਆਂ ਜਨਤਕ ਜਥੇਬੰਦੀਆਂ, ਹੁਰੀਅਤ ਕਾਨਫਰੰਸ ਤੋਂ ਲੈ ਕੇ ਬਾਕੀ ਨੂੰ ਵੀ ਆਪਣੀ ਗੱਲ ਕਹਿਣ ਦਾ ਮੌਕਾ ਦੇਣਾ ਚਾਹੀਦਾ। ਗੱਲ ਕਹਿਣਾ ਹੀ ਆਪਣੇ ਆਪ 'ਚ ਡੈਮੋਕ੍ਰੇਸੀ 'ਚ ਇੱਕ ਵੱਡੀ ਗੱਲ ਹੁੰਦੀ ਹੈ, ਉਹਦੇ ਰਾਹੀਂ ਕੋਈ ਰਸਤਾ ਨਿਕਲੇਗਾ ਉਸ ਪੱਧਰ ਦੇ ਉੱਤੇ। ਔਰ ਇਹ ਉਮੀਦ ਵੀ ਰੱਖੀ ਜਾਂਦੀ ਹੈ ਕਿਉਂਕਿ ਪਹਿਲਾਂ BJP ਨੇ ਇਹ ਕਿਹਾ ਸੀ ਉਸ ਸਮੇਂ ਹੋਮ ਮਿਨਿਸਟਰ ਨੇ ਪਾਰਲੀਮੈਂਟ ਦੇ ਵਿੱਚ ਕਿ ਟੈਂਪਰੇਰੀ ਚੀਜ਼ ਹੈ ਡਿਊਟੀ, ਬਿਲਕੁਲ ਜਿਹੜਾ ਇਹ ਕੋਈ ਜ਼ਰੂਰੀ ਨਹੀਂ, ਪੱਕੀ ਨਹੀਂ ਹੈ। ਪਰ ਟੈਂਪਰੇਰੀ ਚੀਜ਼ ਕਿੰਨੇ ਸਾਲਾਂ ਤੱਕ ਹੁੰਦੀ ਹੈ ਇਹਦਾ ਕੋਈ ਅੰਦਾਜ਼ਾ ਵੀ ਤਾਂ ਹੋਣਾ ਚਾਹੀਦਾ ਕਿ 6 ਮਹੀਨੇ ਰਹੇਗੀ, ਸਾਲ ਰਹੇਗੀ, 2 ਸਾਲ ਰਹੇਗੀ, 4 ਸਾਲ ਰਹੇਗੀ। ਤੇ ਉਹ ਸਟੇਟ ਦਾ ਰੁਤਬਾ ਵੀ ਉਹਨਾਂ ਨੂੰ ਨਾ ਦੇਣਾ, ਡਿਊਟੀ ਬਣਾ ਦੇਣਾ, ਇਹ ਉਹਨਾਂ ਮਹਿਸੂਸ ਕਰਦੇ ਨੇ ਕਿ ਸਾਨੂੰ ਬੇਇੱਜ਼ਤ ਕੀਤਾ ਜਾ ਰਿਹਾ ਐਜ ਏ ਕਮਿਊਨਿਟੀ, ਐਜ ਏ ਸਟੇਟ ਸਾਨੂੰ ਬੇਇੱਜ਼ਤ ਕੀਤਾ ਗਿਆ। ਬੇਇੱਜ਼ਤੀ ਦਾ ਜਿਹੜਾ ਇੱਕ ਸਿਸਟਮ ਹੁੰਦਾ ਅੰਦਰ ਦਿਮਾਗਾਂ ਦੇ ਵਿੱਚ ਜਦੋਂ ਆ ਜਾਂਦਾ ਤਾਂ ਉਹਦਾ ਰਿਐਕਸ਼ਨ ਖਿਲਾਫ ਜਾਂਦਾ, ਫਾਇਦੇ 'ਚ ਨਹੀਂ ਜਾਂਦਾ। ਇਸ ਕਰਕੇ ਇਹ ਗੱਲ ਬਹੁਤ ਵੱਡੇ ਮਾਨੇ ਰੱਖਦੀ ਹੈ। ਉਹਨਾਂ ਸਾਰੀਆਂ ਪਾਰਟੀਆਂ ਦਾ ਜਿਹੜਾ ਇੱਕ ਜਿਹੜੀਆਂ ਨੇ BJP ਨਾਲ ਮਿਲ ਕੇ ਸਰਕਾਰਾਂ ਵੀ ਬਣਾਈਆਂ, ਜੇ ਉਹ ਉਸ ਹੱਦ ਤੱਕ ਚਲੀਆਂ ਗਈਆਂ ਨੇ ਜਿਹੜੀਆਂ ਪਿੱਛੇ ਨੇ, ਤਾਂ ਗੱਲ ਖਾਸੀ ਲੋਕਾਂ ਦੀ ਰਾਏ ਖਤਰਨਾਕ ਹੈ। ਲੋਕਾਂ ਦੀ ਰਾਏ ਦੇ ਵਿੱਚ ਕਾਫੀ ਜ਼ਿਆਦਾ ਨਾਰਾਜ਼ਗੀ ਹੈ, ਤਾਂ ਉਹਨੂੰ ਐਡਰੈਸ ਕਰਨਾ ਚਾਹੀਦਾ। ਇਹ ਦੇਸ਼ ਦੇ ਵੀ ਇਹੀ ਹਿੱਤ ਦੇ ਵਿੱਚ ਹੈ, ਮਨੁੱਖਤਾ ਦੇ ਵੀ ਇਹੀ ਹਿੱਤ ਦੇ ਵਿੱਚ ਹੈ, ਜੰਮੂ ਕਸ਼ਮੀਰ ਦੇ ਵੀ ਇਹੀ ਹਿੱਤ ਦੇ ਵਿੱਚ ਹੈ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਕਿ ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਦੇ ਲੋਕਾਂ ਦੀ ਆਵਾਜ਼ ਨੂੰ ਧੱਕੇਸ਼ਾਹੀ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਜਦ ਕਿ ਚਾਹੀਦਾ ਇਹ ਸੀਗਾ ਉੱਥੇ ਦੇ ਲੋਕਾਂ ਨਾਲ ਬੈਠ ਕੇ ਗੱਲਬਾਤ ਕੀਤੀ ਜਾਣੀ ਚਾਹੀਦੀ ਸੀ, ਉਹਨਾਂ ਦੀ ਮੰਗਾਂ ਨੂੰ ਵੀ ਨਾਲ ਮੱਦੇਨਜ਼ਰ ਰੱਖਿਆ ਜਾਣਾ ਚਾਹੀਦਾ ਸੀ। ਇਹ ਜੋ ਵੀ ਉਹਨਾਂ ਨੇ ਡਿਸੀਜਨ ਲਿੱਤੇ ਸਾਰੇ ਗੈਰ ਸੰਵਿਧਾਨਕ ਤੌਰ 'ਤੇ ਲਿੱਤੇ ਗਏ ਨੇ। ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।